ਕੀ ਕਹਿਣਾ ਚਾਹੋਗੇ ਕੀ ਡਿਮਾਂਡਸ ਨੇ ਔਰ ਲਗਾਤਾਰ ਕਿਹੜੀਆਂ ਡਿਮਾਂਡਸ ਜਿਹੜੀਆਂ ਨੇ ਉਹ ਹਜੇ ਤੱਕ ਪੂਰੀਆਂ ਨਹੀਂ ਹੋ ਪਾਈ? ਮੈਂ ਪੰਜਾਬ ਦਾ ਪ੍ਰਧਾਨ ਸੀ ਔਰ 4 ਸਾਲ ਤੇ ਇਹਨਾਂ ਨੇ ਬਾਤ ਨਹੀਂ ਪੁੱਛੀ। 5ਵੇਂ ਸਾਲ ਕਹਿਣ ਲੱਗ ਪਏ ਕਿ ਅਸੀਂ ਪੈਨਸ਼ਨ ਦੇ ਦਿੰਦੇ ਹਾਂ ਤੇ ਸਿੰਗਲਾ ਸਾਹਿਬ ਨੇ ਮੀਟਿੰਗ ਰਖਾਈ ਔਰ ਉਹ ਮੀਟਿੰਗ ਬਹੁਤ ਹੀ ਵਧੀਆ ਤਰੀਕੇ ਨਾਲ ਹੋਈ। ਫਾਈਨਾਂਸ ਮਿਨਿਸਟਰ ਨੇ ਸਾਈਨ ਕੀਤੇ, ਐਜੂਕੇਸ਼ਨ ਮਿਨਿਸਟਰ ਨੇ, ਮੈਂ ਸਾਈਨ ਕੀਤੇ, ਜਨਰਲ ਸੈਕਟਰੀ ਡਾਕਟਰ ਜਗਵੰਤ ਨੇ, ਉਹਨਾਂ ਸਾਈਨ ਕਰਤੇ, ਕਹਿੰਦੇ ਹੋ ਗਿਆ ਜੀ। ਪਰ ਜਦੋਂ ਫਾਈਲ ਕੈਪਟਨ ਸਾਹਿਬ ਕੋਲ ਗਈ ਤੇ ਉਹ ਹੈ ਹੀ ਨਹੀਂ, ਉਹ 10 ਦਿਨ ਆਏ ਨਹੀਂ ਵਿੱਚ, ਫਿਰ ਕੋਡ ਲੱਗ ਗਿਆ। ਤੁਹਾਨੂੰ ਲੱਗਦਾ ਹੈ ਕਿ ਜੋ ਤੁਹਾਡੀ ਡਿਮਾਂਡ ਆ ਲਗਾਤਾਰ ਹੀ ਜੋ ਕਿ ਪ੍ਰੋਫੈਸਰਸ ਦੀ ਜੋ ਡਿਮਾਂਡ ਆ ਉਹ ਪੂਰੀ ਕਰ ਪਾਏਗੀ ਚੰਨੀ ਸਰਕਾਰ? ਚੰਨੀ ਜੀ ਵੀ ਕਈ ਜਗ੍ਹਾ ਤੇ ਸਪੀਚ ਕਰਦੇ ਹੋਏ ਨਜ਼ਰ ਆਏ ਨੇ, ਜਿਸ 'ਚ ਕਹਿੰਦੇ ਨੇ ਕਿ ਐਜੂਕੇਸ਼ਨ ਨੂੰ ਵਧਾਉਣ ਵਾਸਤੇ ਚੰਗੇ ਜਿਹੜੇ ਆ ਅਧਿਆਪਕ ਲਿਆਉਣ ਦੀ ਵੀ ਜ਼ਰੂਰਤ ਹੈ, ਉਹਦੇ ਲਈ ਇੱਕ ਚੰਗਾ ਪ੍ਰਪੋਜ਼ਲ ਜਾਂ ਤਿਆਰ ਕੀਤਾ ਜਾਏਗਾ। ਕੀ ਲੱਗਦਾ ਹੈ ਕਿ ਕੁਛ ਨਾ ਕੁਛ ਨਿਕਲ ਪਾਏਗਾ ਕਿ ਸਿਰਫ ਇਲੈਕਸ਼ਨ ਸਟੰਟ ਲੱਗ ਰਿਹਾ? ਤੁਹਾਨੂੰ ਸਰਕਾਰੀ ਅਦਾਰੇ ਬੰਦ ਹੋਣ ਦੀ ਤੁਹਾਨੂੰ ਲੱਗਦਾ ਕਗਾਰ ਆ ਜਾਏ? ਮੈਂ ਕਹਿੰਦਾ ਕਿ 50% ਕਾਲਜ ਪੰਜਾਬ ਦੇ ਬੰਦ ਹੋਣ ਦੇ ਕਗਾਰ ਤੇ ਨੇ। ਕੁਝ ਉਮੀਦ ਹੈਗੀ ਆ ਕੁਝ ਬਣ ਸਕਦਾ ਪ੍ਰੋਫੈਸਰਸ ਦਾ? ਦੇਖੋ ਪ੍ਰਕਾਸ਼ ਸਿੰਘ ਬਾਦਲ ਜੀ ਵੀ ਜਦੋਂ ਅਸੀਂ ਜਾਂਦੇ ਡੈਲੀਗੇਸ਼ਨ ਲੈ ਕੇ, ਉਹ ਜਿਹੜੀ ਆ ਕੋਈ ਕਿਤਾਬ ਪਈ ਹੁੰਦੀ ਹੈ, ਕੋਈ ਕਾਗਜ਼ ਪਿਆ ਹੁੰਦਾ, ਆਪਣੀ ਪੱਗ ਤੇ ਰੱਖ ਲੈਂਦੇ, ਕਹਿੰਦੇ ਬਾਏ ਬਾਏ ਟੀਚਰ ਆਏ ਆ, ਦੱਸੋ ਜੋ ਜਿਹੜਾ ਕਰਾਉਣਾ ਚਾਹੁੰਦੇ ਹੋ ਅਸੀਂ ਹੁਣੇ ਕਰ ਦਿੰਦੇ ਹਾਂ। ਪੰਜਾਬ ਵਿੱਚ ਚੱਲ ਰਹੀ ਚੰਨੀ ਸਰਕਾਰ ਬੇਸ਼ੱਕ ਬਹੁਤ ਸਾਰੇ ਦਾਅਵੇ ਕਰਦੀ ਹੋਈ ਨਜ਼ਰ ਆ ਰਹੀ ਹੈ, ਲੇਕਿਨ ਕਿਤਨਾ ਕਿਤੇ ਹਰ ਇੱਕ ਵਰਗ ਜੋ ਹੈ ਉਹ ਚੰਨੀ ਸਰਕਾਰ ਕੋ ਕੁਛ ਨਾ ਕੁਛ ਉਮੀਦਾਂ ਲਗਾ ਕੇ ਜ਼ਰੂਰ ਬੈਠਾ ਹੈ। ਜੇਕਰ ਗੱਲ ਕੀਤੀ ਜਾਵੇ ਟੀਚਰਸ ਦੀ, ਤਾਂ ਟੀਚਰਸ ਵੱਲੋਂ ਵੀ ਬਹੁਤ ਸਾਰੇ ਜੋ ਗੱਲਾਂ ਬਾਤਾਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ। ਕਿਹਾ ਹੀ ਜਾ ਰਿਹਾ ਕਿ ਜੋ ਪਿਛਲੀਆਂ ਡਿਮਾਂਡਸ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ। ਪ੍ਰੋਫੈਸਰ HS ਵਾਲੀਆ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਵਾਲੀਆ ਜੀ, ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ। ਕੀ ਕਹਿਣਾ ਚਾਹੋਗੇ ਕੀ ਡਿਮਾਂਡਸ ਨੇ ਔਰ ਲਗਾਤਾਰ ਕਿਹੜੀਆਂ ਡਿਮਾਂਡਸ ਜਿਹੜੀਆਂ ਨੇ ਉਹ ਹਜੇ ਤੱਕ ਪੂਰੀਆਂ ਨਹੀਂ ਹੋ ਪਾਈਆਂ? ਇਸ ਤਰ੍ਹਾਂ ਮੈਂ ਪ੍ਰੋਫੈਸਰ HS ਵਾਲੀਆ, ਇੰਟੈਲੈਕਚੁਅਲ ਵਿੰਗ ਪੰਜਾਬ ਦਾ ਜੁਆਇੰਟ ਸੈਕਟਰੀ ਤੇ ਸਾਬਕਾ ਵਾਈਸ ਪ੍ਰਿੰਸੀਪਲ DAV ਕਾਲਜ ਔਰ ਅੰਮ੍ਰਿਤਸਰ ਸੈਂਟਰਲ 'ਚ ਮੈਂ ਕੰਮ ਕਰ ਰਿਹਾ। ਪ੍ਰੋਫੈਸਰਸ ਜਿਹੜੇ ਕਿ ਕਾਲਜਿਸ 'ਚ ਪੜ੍ਹਾ ਰਹੇ 172 ਕਾਲਜ ਨੇ ਔਰ ਏਡਡ ਤੇ ਅਨਏਡਡ ਕਾਲਜ ਨੇ, ਅਫੀਲੀਏਟਡ ਡਿਫਰੈਂਟ ਯੂਨੀਵਰਸਿਟੀਜ਼ ਨਾਲ, ਪੰਜਾਬ ਗੁਰੂ ਨਾਨਕ ਪੰਜਾਬੀ ਯੂਨੀਵਰਸਿਟੀ ਤੋਂ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਹ ਇੱਕ ਐਸਾ ਵਰਗ ਹੈ ਜਿਹਨੂੰ ਕਿ ਸਰਕਾਰ ਨੇ ਹਮੇਸ਼ਾ ਹੀ ਪਿੱਛੇ ਸੁੱਟਿਆ। ਮੈਂ ਗੱਲ ਕਰਦਾ ਸਾਰਿਆਂ ਨਾਲੋਂ ਪਹਿਲਾਂ, ਕਿਉਂਕਿ ਕੁਆਲਿਟੀ ਆਫ ਐਜੂਕੇਸ਼ਨ ਜਿਹੜੀ ਬਹੁਤ ਜ਼ਰੂਰੀ ਹੈ। ਐਜੂਕੇਸ਼ਨ ਇੱਕ ਐਸੀ ਜਿਹੜੀ ਸਰਵਿਸ ਹੈ ਜਿਹਦਾ ਫਾਇਦਾ ਸਮਾਜ ਨੂੰ, ਆਮ ਜਿਹੜੀ ਇਨਵੈਸਟਮੈਂਟ ਹੈ ਸੜਕਾਂ 'ਤੇ, ਪੁਲਾਂ 'ਤੇ, ਬਿਲਡਿੰਗਾਂ 'ਤੇ 3 ਗੁਣਾ ਜ਼ਿਆਦਾ ਫਾਇਦਾ ਹੁੰਦਾ। ਫਿਰ ਵੀ ਅਗਰ ਸਰਕਾਰਾਂ ਨਹੀਂ ਕਰਦੀਆਂ ਜਾਂ ਕੁਆਲਿਟੀ ਐਜੂਕੇਸ਼ਨ ਨਹੀਂ ਦਿੰਦੀਆਂ ਤੇ ਇਹ ਰਾਜ ਦੇ ਲਈ ਮੰਦਭਾਗੀ ਗੱਲ ਹੈ। ਮੈਂ ਤੁਹਾਨੂੰ ਪੈਨਸ਼ਨ ਦੀ ਗੱਲ ਦੱਸਦਾ। ਹੁਣ ਪੈਨਸ਼ਨ ਇੱਕ ਐਸੀ ਚੀਜ਼ ਹੈ, ਤੁਸੀਂ ਕਹੋਗੇ ਟੀਚਰਸ ਦੀ ਡਿਮਾਂਡ, ਇਹਦਾ ਹਾਇਰ ਐਜੂਕੇਸ਼ਨ ਨਾਲ ਸਿੱਧਾ ਸਮਾਜ ਨਾਲ ਕੀ ਹੈ? ਕਿਉਂਕਿ ਜਦੋਂ ਇਹ ਬੈਨੀਫਿਟ ਹੋਏਗਾ ਤੇ ਜਿਹੜੇ ਅੱਛੇ ਟੀਚਰਸ ਨੇ ਦੂਜੇ ਰਾਜਾਂ 'ਚੋਂ ਵੀ, ਆਪਣੇ ਰਾਜ 'ਚੋਂ ਜਿਹੜੇ ਵਧੀਆ ਟੀਚਰ, ਉਹ ਹਾਇਰ ਐਜੂਕੇਸ਼ਨ 'ਚ ਆਉਣਗੇ। ਜਦੋਂ ਉਹਨਾਂ ਨੂੰ ਪਤਾ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਹੀਰੋ ਤੋਂ ਜ਼ੀਰੋ ਹੋ ਜਾਣਾ ਤੇ ਉਹ ਨਹੀਂ ਆਉਣਗੇ। ਹੋਇਆ ਕਿ 94 ਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਜਦੋਂ ਕਾਂਗਰਸ ਸਰਕਾਰ ਸੀ 92-97, ਤੇ ਕੇਵਲ ਕਿਸ਼ਨ ਜੀ ਨੇ ਅਨਾਊਂਸ ਕੀਤਾ ਅਸੈਂਬਲੀ ਦੇ ਵਿੱਚ ਕਿ ਪੈਨਸ਼ਨ ਦੇ ਰਹੇ ਇਹਨਾਂ ਨੂੰ, ਕਿਉਂਕਿ ਬਹੁਤ ਇੰਪੋਰਟੈਂਟ ਵਰਗ ਹੈ। 85% ਸਟੂਡੈਂਟ ਪੰਜਾਬ ਦੇ ਉਹ ਇਹਨਾਂ ਕਾਲਜਿਸ ਤੋਂ ਸਿੱਖਿਆ ਹਾਸਲ ਕਰਦੇ ਨੇ, ਬਹੁਤ ਇੰਪੋਰਟੈਂਟ ਹੈ। 96 'ਚ ਇੱਕ ਸਕੀਮ ਆ ਗਈ 18-12-96 ਦੀ, ਭੱਠਲ ਸਕੀਮ ਕਹਿੰਦੇ ਉਹਨੂੰ। ਉਹ ਕਾਲਜਿਸ 'ਚ ਫਿਰ ਨੋਟੀਫਾਈ ਵੀ ਹੋ ਗਈ, ਪਰ ਅੱਗੇ ਕੋਡ ਲੱਗ ਗਿਆ। ਉਸ ਤੋਂ ਬਾਅਦ ਅਕਾਲੀ ਆ ਗਏ। 99 ਦੇ ਵਿੱਚ ਇੱਕ ਪੰਜਾਬ ਅਸੈਂਬਲੀ 'ਚ ਐਕਟ ਅਮੈਂਡ ਹੋ ਗਿਆ ਕਿ ਪੈਨਸ਼ਨ ਦੇਣੀ ਹੈ, ਸਿਕਿਉਰਿਟੀ ਆਫ ਸਰਵਿਸ ਐਕਟ ਨੂੰ ਅਮੈਂਡ ਕਰਕੇ, ਔਰ 2001 'ਚ ਕੈਬਨਿਟ 'ਚ ਵੀ ਪਾਸ ਹੋ ਗਿਆ ਔਰ ਫਿਰ 2002 'ਚ ਕੋਡ ਲੱਗ ਗਿਆ ਔਰ ਉਹ ਇੰਪਲੀਮੈਂਟ ਨਹੀਂ ਹੋਇਆ। ਉਸ ਤੋਂ ਬਾਅਦ ਫਿਰ ਕਾਂਗਰਸ ਸਰਕਾਰ ਆ ਗਈ। ਉਹ ਮੇਰੇ ਨਾਲ ਬੀਤੀ ਗੱਲ ਹੈ, ਮੈਂ ਪੰਜਾਬ ਦਾ ਪ੍ਰਧਾਨ ਸੀ ਔਰ 4 ਸਾਲ ਤੇ ਇਹਨਾਂ ਨੇ ਬਾਤ ਨਹੀਂ ਪੁੱਛੀ। 5ਵੇਂ ਸਾਲ ਕਹਿਣ ਲੱਗ ਪਏ ਕਿ ਅਸੀਂ ਪੈਨਸ਼ਨ ਦੇ ਦਿੰਦੇ ਹਾਂ ਤੇ ਸਿੰਗਲਾ ਸਾਹਿਬ ਨੇ ਮੀਟਿੰਗ ਰਖਾਈ ਔਰ ਉਹ ਮੀਟਿੰਗ ਬਹੁਤ ਹੀ ਵਧੀਆ ਤਰੀਕੇ ਨਾਲ ਹੋਈ। ਫਾਈਨਾਂਸ ਮਿਨਿਸਟਰ ਨੇ ਸਾਈਨ ਕੀਤੇ, ਐਜੂਕੇਸ਼ਨ ਮਿਨਿਸਟਰ ਨੇ, ਮੈਂ ਸਾਈਨ ਕੀਤੇ, ਜਨਰਲ ਸੈਕਟਰੀ ਡਾਕਟਰ ਜਗਵੰਤ ਨੇ, ਉਹਨਾਂ ਸਾਈਨ ਕਰਤੇ, ਕਹਿੰਦੇ ਹੋ ਗਿਆ ਜੀ। ਪਰ ਜਦੋਂ ਫਾਈਲ ਕੈਪਟਨ ਸਾਹਿਬ ਕੋਲ ਗਈ ਤੇ ਉਹ ਹੈ ਹੀ ਨਹੀਂ, ਉਹ 10 ਦਿਨ ਆਏ ਨਹੀਂ ਵਿੱਚ, ਫਿਰ ਕੋਡ ਲੱਗ ਗਿਆ। ਉਸ ਤੋਂ ਬਾਅਦ ਜਦੋਂ ਦੁਬਾਰਾ 2007 ਤੋਂ ਬਾਅਦ ਅਕਾਲੀ BJP ਸਰਕਾਰ ਆ ਗਈ ਤੇ 2012 ਦੇ ਵਿੱਚ ਇਹਨਾਂ ਨੇ ਉਹ ਐਕਟ ਹੀ ਵਿਧਾਨ ਸਭਾ 'ਚ ਪਾਸ ਹੋਇਆ ਰਿਪੀਲ ਕਰਤਾ। ਇਹਨਾਂ ਨੂੰ ਪਤਾ ਸੀ ਕਿ ਕੋਰਟ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਦੇ ਦੇਣੀ ਪੈਨਸ਼ਨ, ਕਿਉਂਕਿ ਅਸੀਂ ਫਸੇ ਹੋਏ ਹਾਂ
ਅਸੈਂਬਲੀ ਤੇ ਕੈਬਨਿਟ 'ਚ ਪਾਸ ਕਰਕੇ। ਸੋ ਇਹ ਹਿਸਾਬ ਕਿਤਾਬ ਹੈ। लेकिन चन्नी सरकार जो है जो लगातार ही 40 ਤੋਂ 45 ਦਿਨ ਹੋ ਗਏ लगातार काम कर रही है लोग ਬਹੁਤ ਸਾਰੀਆਂ ਐਕਸਪੈਕਟੇਸ਼ਨਸ ਵੀ ਲਗਾ ਕੇ ਬੈਠੇ ਹੋਏ ਨੇ ਕਿ ਬਹੁਤ ਸਾਰੇ ਵਾਅਦੇ ਜਿਹੜੇ ਲੋਕਾਂ ਨੇ ਕੀਤੇ ਸੀਗੇ ਉਹ ਵੀ ਪੂਰੇ ਕੀਤੇ ਜਾਏ। ਤੁਹਾਨੂੰ ਲੱਗਦਾ ਹੈ ਕਿ ਜੋ ਤੁਹਾਡੀ ਡਿਮਾਂਡ ਆ ਲਗਾਤਾਰ ਹੀ ਜੋ ਕਿ ਪ੍ਰੋਫੈਸਰਸ ਦੀ ਜੋ ਡਿਮਾਂਡ ਆ ਉਹ ਪੂਰੀ ਕਰ ਪਾਏਗੀ ਚੰਨੀ ਸਰਕਾਰ? ਦੇਖੋ ਹਾਲੀ ਤੱਕ ਤੇ ਇਹਨਾਂ ਸਰਕਾਰਾਂ ਨੇ ਕੀਤੀ ਨਹੀਂ ਹੈ। ਅਸੀਂ ਚੰਨੀ ਸਰਕਾਰ ਨੂੰ ਵੀ ਕਿਹਾ, ਪ੍ਰਗਟ ਸਿੰਘ ਜਿਹੜੇ ਹਾਇਰ ਐਜੂਕੇਸ਼ਨ ਤੇ ਲੈਂਗੁਏਜਸ ਦੇ ਮਿਨਿਸਟਰ ਉਹਨਾਂ ਨੂੰ ਵੀ ਕਿਹਾ। ਮੈਂ ਤੁਹਾਨੂੰ ਇੱਕ ਜਿਹੜੀ ਹੈ ਤੇ ਚਲੋ ਕਾਫੀ ਦੇਰ ਚੱਲੀ ਆ ਰਹੀ ਹੈ, ਇੱਕ ਐਸੀ ਡਿਮਾਂਡ ਹੈ ਜਿਹੜੀ UGC ਪੇ ਸਕੇਲ ਐਜ਼ ਪਰ ਰਿਕਮੈਂਡੇਸ਼ਨਸ ਆਫ 7th ਪੇ ਕਮਿਸ਼ਨ ਸਾਰੇ ਇੰਡੀਆ 'ਚ ਲਾਗੂ ਹੋ ਗਏ। ਸਿਰਫ ਪੰਜਾਬ, ਚੰਡੀਗੜ੍ਹ ਤੇ ਹਿਮਾਚਲ 'ਚ ਲਾਗੂ ਨਹੀਂ ਹੋਏ। ਚੰਡੀਗੜ੍ਹ ਤੇ ਹਿਮਾਚਲ 'ਚ ਇਸ ਕਰਕੇ ਕਿ ਪੰਜਾਬ ਨੂੰ ਉਹ ਫੋਲੋ ਕਰਦੇ ਨੇ ਤੇ ਪੰਜਾਬ ਨੇ ਕੀਤੇ ਨਹੀਂ। ਅਸੀਂ ਇਹਨਾਂ ਨੂੰ ਜਦੋਂ ਦੇ ਚੰਨੀ ਜੀ ਆਏ ਨੇ ਇਹਨਾਂ ਨੂੰ ਕਹਿ ਰਹੇ ਕਿ ਇਹਨੂੰ ਲਾਗੂ ਕਰੋ, ਕਿਉਂਕਿ ਅਗਰ ਤੁਸੀਂ ਲਾਗੂ ਨਹੀਂ ਕੀਤੇ ਫਿਰ ਕੁਆਲਿਟੀ ਆਫ ਐਜੂਕੇਸ਼ਨ, ਚੰਗੇ ਟੀਚਰ ਜਿਨ੍ਹਾਂ ਨੂੰ ਹਰਿਆਣੇ 'ਚ ਜ਼ਿਆਦਾ ਗ੍ਰੇਡ ਮਿਲਦੇ, ਬਿਹਾਰ 'ਚ, UP 'ਚ, ਅਸਾਮ 'ਚ, ਉਹ ਪੰਜਾਬ 'ਚ ਕਿਉਂ ਆਣਗੇ? ਲੇਕਿਨ ਚੰਨੀ ਜੀ ਵੀ ਕਈ ਜਗ੍ਹਾ ਤੇ ਸਪੀਚ ਕਰਦੇ ਹੋਏ ਨਜ਼ਰ ਆਏ ਨੇ ਜਿਸ 'ਚ ਕਹਿੰਦੇ ਨੇ ਕਿ ਐਜੂਕੇਸ਼ਨ ਨੂੰ ਵਧਾਉਣ ਵਾਸਤੇ ਚੰਗੇ ਜਿਹੜੇ ਆ ਅਧਿਆਪਕ ਲਿਆਉਣ ਦੀ ਵੀ ਜ਼ਰੂਰਤ ਹੈ, ਉਹਦੇ ਲਈ ਇੱਕ ਚੰਗਾ ਪ੍ਰਪੋਜ਼ਲ ਜਾਂ ਤਿਆਰ ਕੀਤਾ ਜਾਏਗਾ। ਕੀ ਲੱਗਦਾ ਹੈ ਕਿ ਕੁਛ ਨਾ ਕੁਛ ਨਿਕਲ ਪਾਏਗਾ ਕਿ ਸਿਰਫ ਇਲੈਕਸ਼ਨ ਸਟੰਟ ਲੱਗ ਰਿਹਾ ਤੁਹਾਨੂੰ ਸਿਰਫ? ਨਹੀਂ ਨਿਕਲ ਪਾਏਗਾ। ਇਹ ਇੱਕ ਹੋਰ ਇਹਨਾਂ ਨੇ ਜੋ ਮੰਦਭਾਗੀ ਗੱਲ ਕੀਤੀ ਹੈ, ਇਹ ਕਹਿੰਦੇ ਨੇ ਕਿ ਸਾਰੇ ਇੰਡੀਆ 'ਚ ਦੇਖੋ ਸਾਰੇ ਇੰਡੀਆ ਦੀਆਂ ਸਟੇਟਸ ਨੇ ਲਾਗੂ ਕਰਤੇ ਆ। ਇਹਨਾਂ ਨੇ ਅਨਾਉਂਸਮੈਂਟ ਕੀਤੀ ਕਿ UGC ਪੇ ਸਕੇਲ ਨਾਲੋਂ ਪੰਜਾਬ ਦੇ ਟੀਚਰਸ ਨੂੰ ਜਿਹੜੇ ਗ੍ਰੇਡ ਮਿਲਨੇ ਉਹ ਡੀ ਲਿੰਕ ਕਰਦੀ ਹੈ, ਯਾਨੀ ਕਿ ਅਸੀਂ ਉਹਨੇ ਪੈਸੇ ਨਹੀਂ ਦੇ ਸਕਦੇ, ਅਸੀਂ ਕੱਟ ਦਾਂਗੇ। ਜਦ ਕਿ ਜੇ ਇਦਾਂ ਕਰਨ ਤੇ ਸੈਂਟਰ ਤੋਂ 150 ਕਰੋੜ ਆਣਾ, ਉਹ ਲੈ ਕੇ ਬੈਠੇ ਨੇ, ਕਹਿੰਦੇ ਲਓ ਜੀ 150। ਸੈਂਟਰ ਤੇ ਸਾਡੇ GST ਦੇ ਪੈਸੇ ਨਹੀਂ ਵਾਪਸ ਦੇ ਰਹੀ, ਤੁਹਾਨੂੰ ਲੱਗਦਾ ਕਿ ਇਹ UGC ਦੇ ਪਿਛਲੇ 50 ਸਾਲ ਤੋਂ ਹੋ ਰਿਹਾ। ਇਹ ਉਹਨਾਂ ਨੇ ਏਰੀਅਰ 3 ਸਾਲ ਦੇ 39 ਮਹੀਨੇ ਦੇ ਦੇਣੇ ਹੀ ਦੇਣੇ ਹੁੰਦੇ ਆ। ਪਹਿਲਾਂ ਜ਼ਿਆਦਾ ਮਹੀਨਿਆਂ ਦੇ ਸੀ, ਹੁਣ 39 ਮਹੀਨੇ ਦੇ ਇਹ ਤੇ ਉਹਨਾਂ ਨੂੰ ਦੇਣੇ ਪੈਂਦੇ, ਅਦਰਵਾਈਜ਼ ਜਿਹੜੇ ਉਹ ਖਤਮ ਹੋ ਜਾਂਦੇ ਪੈਸੇ। ਤਾਂ ਉਹ ਜਿਹੜੇ 39 ਮਹੀਨੇ ਦੇ ਉਹ ਕਹਿੰਦੇ 150 ਲੈ ਜਾਓ 150 ਕਰੋੜ। ਸਾਡੀ ਗੱਲ ਹੋਈ ਹੈ ਸੈਂਟਰਲ ਮਿਨਿਸਟਰੀ ਨਾਲ ਔਰ ਇਹ 150 ਪਾ ਕੇ ਰਾਜੀ ਨਹੀਂ ਹੈ। ਉਹਦੇ ਨਾਲ ਹੋਏਗਾ ਕੀ? ਜਦੋਂ UGC ਪੇ ਸਕੇਲ ਨਹੀਂ ਹੋਣਗੇ, ਇਹ ਐਕਚੁਅਲੀ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਜਿਹੜੇ ਪ੍ਰਾਈਵੇਟ ਯੂਨੀਵਰਸਿਟੀਜ਼ ਨੇ ਉਹ ਲੌਬੀ ਆਪਣੀ ਕ੍ਰੀਏਟ ਕਰਕੇ ਕੁਛ ਨਾ ਕੁਛ ਕਰ ਰਹੇ ਸਰਕਾਰ ਦੇ ਨਾਲ, ਤਾਂ ਕਿ ਉਹਨਾਂ ਨੂੰ ਟੀਚਰਸ ਨੂੰ ਜ਼ਿਆਦਾ ਤਨਖਾਹ ਨਾ ਦੇਣੀ ਪਏ ਤੇ ਇਹਦੇ ਨਾਲ ਗਰੀਬ ਬੱਚਿਆਂ ਨੂੰ ਫਾਇਦਾ ਹੋਏਗਾ। ਉਹ ਪ੍ਰਾਈਵੇਟ ਯੂਨੀਵਰਸਿਟੀਆਂ 'ਚ, ਪ੍ਰਾਈਵੇਟ ਕਾਲਜਾਂ 'ਚ ਜਾਣਗੇ ਔਰ ਇੱਥੇ ਜਿਹੜੀ ਹੈ ਨੈਚੁਰਲੀ ਅਗਰ ਉਹ ਪਬਲਿਕ ਸੈਕਟਰ ਜਿਹਨੂੰ ਕਹਿੰਦੇ ਸਰਕਾਰ ਜਿਹੜੀ ਹੈ ਉਹ ਸਬਸਿਡੀ ਦਿੰਦੀ ਹੈ, ਉੱਥੇ ਸਿੱਖਿਆ ਨਹੀਂ ਪ੍ਰਾਪਤ ਕਰਨੇ, ਹੌਲੀ ਹੌਲੀ ਇਹ ਬੰਦ ਹੋ ਜਾਣਗੇ। ਸਰਕਾਰੀ ਅਦਾਰੇ ਬੰਦ ਹੋਣ ਦੀ ਤੁਹਾਨੂੰ ਲੱਗਦਾ ਕਗਾਰ ਆ ਜਾਏ? ਮੈਂ ਕਹਿੰਦਾ ਕਿ 50% ਕਾਲਜ ਪੰਜਾਬ ਦੇ ਬੰਦ ਹੋਣ ਦੇ ਕਗਾਰ ਤੇ ਨੇ। ਸਿਰਫ ਇਹ 2-4-6 ਮਹੀਨੇ ਦੀ ਸੈਲਰੀ ਅੱਗੇ ਪਾ ਕੇ ਚੱਲੀ ਜਾਂਦੇ ਨੇ। ਅੱਛਾ, ਲਗਾਤਾਰ ਹੀ ਜੇਕਰ ਹੋਣ ਦੀ ਗੱਲ ਕੀਤੀ ਜਾਵੇ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਚੰਨੀ ਗਵਰਨਮੈਂਟ ਵੱਲ ਬਹੁਤ ਅੱਖਾਂ ਲਗਾ ਕੇ ਬੈਠੇ ਹੋਏ ਨੇ। ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੇ 4.5 ਸਾਲ ਕੁਝ ਨਹੀਂ ਕੀਤਾ, ਲੇਕਿਨ ਜਦੋਂ ਦੀ ਚੰਨੀ ਗਵਰਨਮੈਂਟ ਆਈ ਹੈ ਉਦੋਂ ਦਾ ਕੁਛ ਨਾ ਕੁਛ ਹਲਚਲ ਨਜ਼ਰ ਆ ਰਹੀ ਹੈ। ਕਿਸੇ ਵੀ ਜਗ੍ਹਾ ਕਿਸੇ ਵੀ ਵਰਗ ਦੀ ਗੱਲ ਕੀਤੀ ਜਾਵੇ, ਜੇਕਰ ਕੋਈ ਪ੍ਰੋਟੈਸਟ ਕਰਦਾ ਹੈ ਤਾਂ ਖੁਦ ਉੱਥੇ ਪਹੁੰਚਦੇ ਨੇ, ਗੱਲਬਾਤ ਕਰਦੇ ਨੇ, ਖੁਦ ਕਾਲਜਸ 'ਚ ਜਾ ਰਹੇ ਨੇ, ਖੁਦ ਜਗ੍ਹਾ ਤੇ ਪਹੁੰਚ ਕੇ ਜਿਹੜਾ ਆ ਸਾਰਾ ਕੁਝ ਖੁਦ ਟੈਕਲ ਕਰ ਰਹੇ ਨੇ। ਕੀ ਲੱਗਦਾ ਤੁਹਾਨੂੰ ਕਿ ਇਹ ਸਿਰਫ ਚੋਣਾਂ ਦੇ ਲਾਗੇ ਛਾਗੇ ਸਿਰਫ ਰਹੇਗਾ ਕਿ ਲੱਗਦਾ ਕਿ ਇਹਦਾ ਕੋਈ ਮਨੋਰਥ ਵੱਖਰਾ ਹੈ ਜਾਂ ਵੱਖਰਾ ਕੁਝ ਸੋਚਣਾ ਚਾਹੁੰਦੇ ਨੇ? ਇਸ ਤਰ੍ਹਾਂ ਹੈ ਕਿ ਜਿਹੜੀ ਕਾਂਗਰਸ ਸਰਕਾਰ ਹੈ ਜਾਂ ਅਕਾਲੀ BJP ਸਰਕਾਰ ਰਹੀ ਹੈ, ਉਹ ਇਸ ਤਰ੍ਹਾਂ ਹੀ ਕਰਦੇ ਰਹੇ। ਅੱਜ ਦੀ ਗੱਲ ਨਹੀਂ ਹੈ, ਹਰ ਵਾਰੀ ਭਾਵੇਂ ਤੁਸੀਂ 96 'ਚ ਲੈ ਲਓ, 97 'ਚ ਇਲੈਕਸ਼ਨ ਸੀ, 2002 'ਚ ਲੈ ਲਓ, 7 'ਚ ਲੈ ਲਓ, 12 'ਚ ਲੈ ਲਓ, 3 ਕੁ ਮਹੀਨੇ 4 ਮਹੀਨੇ ਪਹਿਲਾਂ ਆ ਕੇ ਬਹੁਤ ਵਾਅਦੇ ਕਰਦੇ ਨੇ। ਮੈਂ ਜਿਹਦੇ ਪ੍ਰੈਜ਼ੀਡੈਂਟ ਦੀ ਗੱਲ ਕਰ ਰਿਹਾ ਨਾ, ਉਦੋਂ ਵੀ ਇਹਨਾਂ ਨੇ ਕਿਸਾਨਾਂ ਦੇ ਕਰਜ਼ੇ ਮਾਫ ਕਰਨੇ ਸੀ, ਡਾਕਟਰਾਂ ਦੀ ਜਿਹੜੀ ਆ ਉਮਰ ਰਿਟਾਇਰਮੈਂਟ ਕਰਨੀ ਸੀ 65 ਸਾਲ ਤੇ ਸਾਨੂੰ ਪੈਨਸ਼ਨ ਦੇਣੀ ਸੀ, ਉਦੋਂ ਵੀ ਮੁੱਕਰ ਗਏ। ਅਸੈਂਬਲੀ 'ਚ ਪਾਸ ਕਰਕੇ ਸਭ ਕੁਝ ਹੋ ਗਿਆ ਤੇ ਇਹ ਪਿਛਲੇ ਜਿਹੜੇ ਆ 40-50 ਸਾਲ ਤੋਂ ਤੇ ਅਸੀਂ ਦੇਖਦੇ ਹਾਂ ਕਿ ਵਾਲੇ ਸਾਹਿਬ ਕੁਝ ਉਮੀਦ ਹੈਗੀ ਆ ਕੁਝ ਬਣ ਸਕਦਾ ਪ੍ਰੋਫੈਸਰਸ ਦਾ? ਗੁਰੂ ਕਿਹਾ ਜਾਂਦਾ ਆ, ਕਹਿੰਦੇ ਕਿ ਰੱਬ ਤੋਂ ਬਾਅਦ ਦੂਸਰਾ ਜਿਹੜਾ ਨਾਮ ਹੈ ਟੀਚਰਸ ਦਾ ਮੰਨਿਆ ਜਾਂਦਾ। ਕੁਝ ਲੱਗਦਾ ਤੁਹਾਨੂੰ ਕੁਝ ਮਿਲ ਪਾਏਗਾ ਇਹਨਾਂ ਤੋਂ? ਦੇਖੋ ਪ੍ਰਕਾਸ਼ ਸਿੰਘ ਬਾਦਲ ਜੀ ਵੀ ਜਦੋਂ ਅਸੀਂ ਜਾਂਦੇ ਡੈਲੀਗੇਸ਼ਨ ਲੈ ਕੇ, ਉਹ ਜਿਹੜੀ ਆ ਕੋਈ ਕਿਤਾਬ ਪਈ ਹੁੰਦੀ ਹੈ, ਕੋਈ ਕਾਗਜ਼ ਪਿਆ ਹੁੰਦਾ, ਆਪਣੀ ਪੱਗ ਤੇ ਰੱਖ ਲੈਂਦੇ, ਕਹਿੰਦੇ ਬਾਏ ਟੀਚਰ ਆਏ, ਦੱਸੋ ਜੋ ਜਿਹੜਾ ਕਰਾਉਣਾ ਚਾਹੁੰਦੇ ਹੋ ਅਸੀਂ ਹੁਣੇ ਕਰ ਦਿੰਦੇ ਹਾਂ। ਪਰ ਹੋਇਆ ਕਦੀ ਨਹੀਂ। ਠੀਕ ਹੈ, ਉਲਟਾ ਜਿਹੜੀਆਂ ਅਸੀਂ ਦੱਸੋ ਆਸ ਕੀ, ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਥਰੂ 1925 ਪੋਸਟਾਂ ਪਬਲਿਕ ਇੰਟਰਸਟ ਲਿਟੀਗੇਸ਼ਨ ਲਾ ਕੇ ਜਿਹੜੀਆਂ ਲਈਆਂ ਔਰ ਜੱਜ ਨੇ ਕਿਹਾ
ਕਹਿੰਦੇ ਕੀ ਤੁਸੀਂ ਕਾਂਗਰਸ ਗਵਰਨਮੈਂਟ ਨੂੰ ਹੀ ਕੀ ਤੁਸੀਂ ਕੋਈ ਫਾਈਨੈਂਸ਼ੀਅਲ ਐਮਰਜੈਂਸੀ ਲਾਈ ਹੈ? ਇਹਨਾਂ ਦੀਆਂ ਪੋਸਟਾਂ ਕਿਉਂ ਨਹੀਂ ਭਰਦੇ? ਔਰ ਪੰਜਾਬ 'ਚ 60% 50 ਤੋਂ 60% ਪੋਸਟਾਂ ਖਾਲੀ ਪਈਆਂ। ਕੁਆਲਿਟੀ ਆਫ ਐਜੂਕੇਸ਼ਨ ਕਿੱਥੋਂ ਆਏਗੀ? ਔਰ 80% ਟੀਚਰ ਜਿਹੜੇ ਨੇ ਉਹ 10,000 ਤੋਂ ਲੈ ਕੇ 21,600 ਰੁਪਏ ਤੱਕ ਮਹੀਨੇ ਦੇ ਕੰਮ ਕਰ ਰਹੇ ਨੇ, ਜਦਕਿ ਉਹਨਾਂ ਦੀ ਤਨਖਾਹ 80,000 ਰੁਪਏ ਹੋਣੀ ਚਾਹੀਦੀ ਨਵੇਂ ਬੰਦਿਆਂ ਦੀ, ਨਹੀਂ ਦੇ ਰਹੀ। ਚੰਨੀ ਸਰਕਾਰ ਵੀ ਨਹੀਂ, ਹਾਮੀ ਵੀ ਨਹੀਂ ਭਰੀ ਹਾਲੀ। ਔਰ 1925 ਪੋਸਟਾਂ ਵਾਲੇ ਜ਼ਿਆਦਾਤਰ ਟੀਚਰ ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਰਡਰ ਤੇ ਰੱਖੇ ਗਏ ਨੇ, ਉਹਨਾਂ ਨੂੰ ਡਿਪਰੈਸ਼ਨ ਹੋ ਗਿਆ ਜ਼ਿਆਦਾ ਨੂੰ ਕਿ ਅਸੀਂ 21,000 ਰੁਪਏ ਲੈ ਰਹੇ ਹਾਂ। ਲੱਗੇ ਰੈਗੂਲਰ ਸੀ, 6 ਸਾਲ ਹੋ ਗਏ ਉਹਨਾਂ ਨੂੰ ਸੈਲਰੀ ਜਿਹੜੀ ਹੈ ਉਹ ਉਹੀ ਕੰਸੋਲੀਡੇਟਡ ਪੇ 21,600 ਦਿੱਤੀ ਤੁਹਾਨੂੰ ਜਾ ਰਹੀ। ਲੱਗਦਾ ਹੈ ਕਿ ਜਿਹੜੇ ਹੋਰਡਿੰਗਸ ਭਰੇ ਪਏ ਨੇ 3 ਰੁਪਏ ਦਾ ਯੂਨਿਟ ਕਰਤਾ ਜਾਂ ਪੈਟਰੋਲ ਸਸਤਾ ਕਰਤਾ, ਇਹਨਾਂ ਦੇ ਪੈਸੇ ਜਿਹੜੇ ਆ ਪ੍ਰੋਫੈਸਰਸ ਦੇ ਉੱਤੇ ਯੂਜ਼ ਕੀਤੇ ਜਾਣੇ ਚਾਹੀਦੇ ਸੀ, ਤਾਂ ਜੋ ਕਿ ਜਿਹੜਾ ਸਾਡਾ ਗੁਰੂ ਹੈ ਜਾਂ ਸਾਡਾ ਭਗਵਾਨ ਹੈ ਜਾਂ ਰੱਬ ਜਿਹਨੂੰ ਕਹਿੰਦੇ ਅਸੀਂ, ਜਿਹੜਾ ਟੀਚਰ ਆ, ਉਹਦਾ ਜਿਹੜਾ ਘਰ ਜਾਂ ਉਹਦਾ ਜਿਹੜਾ ਪਰਿਵਾਰ ਚੱਲ ਸਕੇ ਬੜੇ ਵਧੀਆ ਤਰੀਕੇ ਨਾਲ। ਨਹੀਂ, ਪਹਿਲੀ ਗੱਲ ਇਹ ਹੈ ਕਿ ਇਹ ਪ੍ਰੋਫੈਸਰਸ ਤੇ ਵੀ ਜਾਂ ਟੀਚਰਸ ਤੇ ਵੀ ਹੋ ਸਕਦੇ ਨੇ, ਉਧਰ ਵੀ ਹੋ ਸਕਦੇ ਆ, ਇਹ ਨਹੀਂ ਹੈ। ਜੇ ਕਰੋੜਾਂ ਰੁਪਇਆ ਜਿਹੜਾ ਹੈ ਉਹ ਅਨਾਉਂਸ ਕਰੀ ਜਾਂਦੇ ਨੇ, ਗੱਲ ਹੈ ਕਿ ਹੋਣਾ ਨਹੀਂ। ਉਹਦਾ ਕਾਰਨ ਨੀਅਤ ਨਹੀਂ ਹੈਗੀ, ਨੀਅਤ ਨਹੀਂ ਹੈਗੀ, ਨੀਤੀ ਵੀ ਕੋਈ ਨਹੀਂ ਹੈ। ਉਹਦਾ ਕਾਰਨ ਇਹ ਹੈ ਕਿ ਇਹਨਾਂ ਨੇ ਹੁਣ ਜਿਹੜੇ ਆ ਘਟਾਏ ਨਾ ਬਿਜਲੀ ਦੇ ਰੇਟ। ਮੈਂ ਇੱਕ ਐਗਜ਼ਾਮਪਲ ਹੈ ਨਾ, ਠੀਕ ਹੈ, ਇਹ ਜਦੋਂ ਇਹਨਾਂ ਦੀ ਨਵੀਂ ਸਰਕਾਰ ਆਏਗੀ ਇਹ ਕਹਿਣਗੇ ਜੀ ਉਹ ਪੀਪੀਏ ਜਿਹੜੇ ਕੀਤੇ ਨੇ ਨਾ, ਉਹ ਤੇ ਕੋਰਟ ਦੇ ਆਰਡਰ ਤੇ ਜਿਹੜੇ ਆ ਉਹ ਡਿਲੇ ਹੋ ਗਿਆ, ਉਹ ਪੀਪੀਏ ਰੱਦ ਨਹੀਂ ਹੋ ਸਕਦੇ ਪੂਰੀ ਤਰ੍ਹਾਂ ਨਾਲ, ਇਸ ਕਰਕੇ 2 ਰੁਪਏ ਅੱਜ ਵਧਾ ਦਿੰਦੇ ਆ, 1 ਰੁਪਇਆ ਫਿਰ 6 ਮਹੀਨਿਆਂ ਨੂੰ ਵਧਾ ਦਿੰਦੇ ਆ। ਇਹੋ ਜਿਹੇ ਕੰਮ ਕਰਦੇ ਰਹੇ ਜੋ ਅੱਗੇ ਇਹਨਾਂ ਦਾ ਟਰੈਕ ਰਿਕਾਰਡ ਹੈ। ਸੋ ਇਸ ਕਰਕੇ ਇਹਨਾਂ ਨੇ ਜੋ ਵਾਅਦੇ ਕਰ ਰਹੇ ਨੇ, ਐ ਸੈਂਡ ਦਾ ਲੈ ਲਓ, ਸੈਂਡ ਦਾ ਉਹ ਕਹਿ ਦਿੱਤਾ ਨਾ, ਜਿਹੜੇ ਮਾਈਨਿੰਗ ਕਰਦੇ ਬੰਦੇ ਉਹਨਾਂ ਨੇ ਕਹਿ ਦਿੱਤਾ ਕਿ ਇਹਨਾਂ ਵਾਰਾ ਨਹੀਂ ਖਾਂਦਾ, ਉਹਨਾਂ ਨੇ ਬੰਦ ਕਰਤਾ ਉਹਦੀ ਮਾਈਨਿੰਗ ਕਰਨੀ। ਔਰ ਇਹ ਕਹਿਣਗੇ ਠੀਕ ਹੈ ਤੁਹਾਡਾ ਯਾਰ 3 ਰੁਪਏ ਹੋਰ ਵਧਾ ਦਿੰਦੇ ਆ, 4 ਰੁਪਏ। ਉਹ ਮੈਂ ਉਹੀ ਗੱਲ ਕਹਿ ਰਿਹਾ ਕਿ ਜੇਕਰ ਸਰਕਾਰ ਚਾਹਵੇ ਤੇ ਬੜਾ ਕੁਝ ਹੋ ਸਕਦਾ। ਜਿਸ ਤਰ੍ਹਾਂ ਬਹੁਤ ਸਾਰੀਆਂ ਹੋਰਡਿੰਗਸ ਲਗਾਈਆਂ ਜਾ ਰਹੀਆਂ, ਆਪਣੇ ਕਾਬਲੀਅਤਾਂ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ ਹੋਰਡਿੰਗਸ ਦੇ ਥਰੂ, ਕੀ ਲੱਗਦਾ ਕਿ ਇਹਦਾ ਪੈਸਾ ਹੋਰ ਜਗ੍ਹਾ ਤੇ ਯੂਟਿਲਾਈਜ਼ ਹੋ ਸਕਦਾ ਸੀਗਾ? ਦੇਖੋ, ਜਿੱਥੇ ਵੀ ਜ਼ਰੂਰੀ ਐਸੈਂਸ਼ੀਅਲ ਸਰਵਿਸਿਜ਼ ਨੇ, ਜ਼ਰੂਰੀ ਖਰਚ ਕਰਨਾ ਉਹ ਤੇ ਕਰਨਾ ਚਾਹੀਦਾ ਹੀ ਹੈ। ਇੰਨਾ ਪੈਸਾ ਹੈਗਾ, ਅੱਗੇ 3 ਲੱਖ ਕਰੋੜ ਤੇ ਕਰਜ਼ਾ ਇਹਨਾਂ ਤੇ ਚੜ੍ਹਿਆ, ਇਹ ਜਦੋਂ ਮਰਜ਼ੀ ਕਰਜ਼ਾ ਲੈ ਲੈਂਦੇ ਨੇ, ਸਟੇਟ ਨੂੰ ਮਿਲ ਜਾਂਦਾ। ਜਸਟਿਸ ਕੰਨਨ ਨੇ ਇਹਨਾਂ ਬਾਰੇ ਕਿਹਾ ਸੀਗਾ ਕਿ ਤੁਸੀਂ ਜਿਹੜਾ ਹੈ ਅਗਰ ਰੈਵਨਿਊ ਜਨਰੇਟ, ਅਕਾਲੀ ਗਵਰਨਮੈਂਟ ਵੇਲੇ ਕਿਹਾ ਸੀ ਉਹਨੇ, ਪਰ ਇੱਥੇ ਵੀ ਰੈਲੇਵੈਂਸ ਹੈ ਕਿ ਜੇ ਤੁਸੀਂ ਇਨਕਮ ਜਨਰੇਟ ਨਹੀਂ ਕਰ ਸਕਦੇ ਬਜਟ 'ਚ ਜੋ ਤੁਹਾਡਾ ਦੇਣਾ, ਦੇਖੋ ਇਹਦੇ 'ਚ ਟੀਚਰਸ ਦਾ ਜਾਂ ਕਿਸੇ ਦਾ ਕੋਈ ਵਾਧੂ ਚੀਜ਼ ਨਹੀਂ ਮੰਗ ਰਹੇ। ਉਹ ਕਹਿੰਦੇ ਜੋ ਇੰਡੀਆ 'ਚ ਲਾਗੂ ਹੈ, ਜੋ ਸਾਡੀ ਤਨਖਾਹ ਬਣਦੀ ਆ ਉਹ ਦਿਓ, ਸਾਨੂੰ ਕੋਈ ਕੋਠੀਆਂ ਲਈ ਕਿਰਾਏ ਜਾਂ ਪਰਕਸ ਜਾਂ ਕਾਰਾਂ ਨਹੀਂ ਚਾਹੀਦੀਆਂ ਜਿਸ ਤਰ੍ਹਾਂ ਅਫਸਰ ਲੈਂਦੇ ਨੇ, ਸਿਰਫ ਤਨਖਾਹਾਂ ਔਰ ਪੈਨਸ਼ਨ ਜਿਹੜੀ ਹੈ ਰਿਟਾਇਰਮੈਂਟ ਤੇ, ਹੋਰ ਕੁਝ ਨਹੀਂ ਮੰਗਦੇ ਪਏ। ਜੇ ਉਹ ਵੀ ਨਹੀਂ ਦੇ ਸਕਦੇ, ਜਸਟਿਸ ਕਰਨਾ ਨੇ ਕਿਹਾ ਸੀਗਾ ਕਿ ਬਈ ਤੁਸੀਂ ਰਿਜ਼ਾਈਨ ਕਰ ਜਾਓ ਜੇ ਨਹੀਂ ਦੇ ਸਕਦੇ, ਹਾਂਜੀ। ਔਰ ਰੈਵਨਿਊ ਜਨਰੇਟ ਕਰਨਾ ਉਹ ਰਾਜੇ ਦਾ ਕੰਮ। ਉਹਨੇ ਚਾਣਕਿਆ ਦੀ ਕਿਤਾਬ 'ਚੋਂ ਰੈਫਰੈਂਸ ਦੇ ਕੇ ਕਿਹਾ ਸੀ ਜੇ ਰਾਜਾ ਰੈਵਨਿਊ ਨਹੀਂ ਜਨਰੇਟ ਕਰ ਸਕਦਾ ਜ਼ਰੂਰੀ ਚੀਜ਼ਾਂ ਲਈ, ਜ਼ਰੂਰੀ ਖਰਚਿਆਂ ਲਈ, ਤੇ ਉਹਨੂੰ ਕੋਈ ਹੱਕ ਨਹੀਂ ਹੈ ਰਾਜ ਕਰਨ ਦਾ। ਤੇ ਹੁਣ ਨੈਕਸਟ ਸਟੈਪ ਕੀ ਰਹੇਗਾ? ਜੇਕਰ ਲੱਗਦਾ ਕਿ ਐਜੀਟੇਸ਼ਨਸ ਕਰਨ ਦੀ ਜ਼ਰੂਰਤ ਪਈ ਤੇ ਉਹ ਵੀ ਕੀਤੇ ਜਾ ਸਕਦੇ? ਯੈਸ, ਐਜੀਟੇਸ਼ਨ ਅਸੀਂ ਅਨਾਉਂਸ ਕਰ ਦਿੱਤੀ ਹੈ। ਨੈਕਸਟ ਸਟੈਪ ਜਿਹੜਾ ਦੇਖੋ, ਪਿਛਲੇ ਮਹੀਨੇ ਇਹਨਾਂ ਨੂੰ ਪ੍ਰਗਟ ਸਿੰਘ ਜੀ ਨੂੰ ਮਿਲੇ ਸਾਡਾ ਡੈਲੀਗੇਸ਼ਨ ਪੰਜਾਬ ਲੈਵਲ ਦਾ, ਉਹਨਾਂ ਨੇ ਵਾਅਦਾ ਕੀਤਾ ਕਿ ਮੈਂ ਕਰਾਂਗਾ ਜੋ ਸਾਨੂੰ ਲੱਗਦਾ ਹੈ ਕਿ ਫਾਈਨਾਂਸ ਮਿਨਿਸਟਰ ਸਾਹਿਬ ਅੜਦੇ ਪਏ ਨੇ, ਮਨਪ੍ਰੀਤ ਬਾਦਲ, ਜੋ ਸਾਡੀ ਇਨਫੋਰਮੇਸ਼ਨ ਹੈ ਔਰ ਉਹ ਠੀਕ ਇਨਫੋਰਮੇਸ਼ਨ ਹੈ। ਪਰ ਉੱਥੇ ਚਾਹੀਦਾ ਨਾ ਕਿ ਪ੍ਰਗਟ ਸਿੰਘ ਨੇ ਚੰਨੀ ਸਾਹਿਬ ਨਾਲ ਕਰਕੇ ਤੇ ਆਪਣਾ ਜਿਹੜਾ ਕੋਈ ਨਾ ਕੋਈ ਕਲਿੰਚ ਕਰਨ ਇਸ਼ੂ, ਤੇ ਜੇ ਕਲਿੰਚ ਨਹੀਂ ਕਰ ਸਕਦੇ ਤੇ ਫਿਰ ਇੱਧਰ ਕਿਉਂਕਿ ਦੇਖੋ ਇਹਨਾਂ ਨੂੰ ਹੈ ਵੋਟਾਂ ਦਾ, ਵੋਟਾਂ ਕਿੱਥੋਂ ਮਿਲ ਸਕਦੀਆਂ? ਜਿੱਥੋਂ ਵੋਟਾਂ ਮਿਲ ਸਕਦੀਆਂ ਉਹ ਤਾਂ ਅਨਾਉਂਸਮੈਂਟ ਹੋ ਗਈ। ਇਹ ਸੋਚਦੇ ਨੇ ਕਿ ਟੀਚਰਸ ਸੋਚ ਕੇ ਵੋਟ ਦਿੰਦੇ ਨੇ, ਕਿਸੇ ਦੀ ਬੀਜੇਪੀ ਨਾਲ, ਕਿਸੇ ਦੀ ਕਾਂਗਰਸ ਨਾਲ, ਕਿਸੇ ਇਹ ਦਿਮਾਗ ਨਾਲ ਸੋਚਦੇ ਨੇ, ਉਹਦੇ ਬਾਅਦ ਵੋਟ ਦਿੰਦੇ। ਇਸ ਕਰਕੇ ਵੋਟਾਂ ਵੰਡੀਆਂ ਜਾਂਦੀਆਂ। ਮੇਨ ਤੇ ਗੱਲ ਹੈ ਵੋਟ ਦੀ। ਵੋਟਾਂ ਕਰਕੇ 4 ਮਹੀਨੇ ਪਹਿਲਾਂ ਐਡੇ ਐਕਟਿਵ ਹੋਏ ਆ। ਮੈਂ ਉਸ ਦਿਨ ਵੀ ਦੱਸਿਆ ਸੀਗਾ ਕਿ ਸਿੱਧੂ ਸਾਹਿਬ ਲੋਕਲ ਗਵਰਨਮੈਂਟ ਦੇ ਜਿਹੜੇ ਆ ਉਹ 2 ਸਾਲ ਨਹੀਂ ਮੰਤਰੀ, ਉਸ ਤੋਂ ਬਾਅਦ ਉਹਦੇ ਨਾਲ ਹੀ ਟੂਰਿਜ਼ਮ ਦੀ ਵੀ ਰਹੇ। ਅੰਮ੍ਰਿਤਸਰ 'ਚ ਟੂਰਿਜ਼ਮ ਦਾ ਕਿੰਨਾ ਸਕੋਪ ਹੈ,
ਸਿੱਧੂ ਸਾਹਿਬ ਨੇ ਕੀ ਕੀਤਾ। ਲੇਕਿਨ ਉਹਨਾਂ ਦਾ ਹਰ ਇੱਕ ਦਾ ਤਰਕ ਇਹੀ ਹੈ ਕਿ 4.5 ਸਾਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਡੀ ਨਹੀਂ ਸੁਣੀ। ਉਸ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਵੀ ਇਹ ਬਿਆਨ ਦਿੱਤਾ ਸੀਗਾ ਕਿ ਸਾਡੀ ਕੋਈ ਨਹੀਂ ਸੁਣਦਾ ਪਿਆ ਸੀਗਾ। ਇਸ ਕਰਕੇ ਹੀ ਜਿਹੜਾ ਸੀਗਾ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਸਾਰਿਆਂ ਨੇ ਤਬਦੀਲ ਕਰਨ ਦੀ ਗੱਲ ਕੀਤੀ ਗਈ ਸੀਗੀ। ਲੇਕਿਨ ਜੇਕਰ ਹੁਣ ਚੰਨੀ ਸਾਹਿਬ ਕੁਝ ਵਧੀਆ ਕੰਮ ਕਰਦੇ ਨੇ, ਪੰਜਾਬ ਦੇ ਮੁੱਖ ਮੰਤਰੀ ਨੇ, ਜੇਕਰ ਉਹ ਕਰਦੇ ਪਏ ਨੇ ਤੇ ਅਸੀਂ ਉਹਨਾਂ ਦਾ ਸ਼ਲਾਘਾ ਵੀ ਕਰਦੇ। ਜਿੱਥੇ ਮਾੜਾ ਕੰਮ ਹੈ ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਜੋ ਯਾਦ ਕਰਾਉਣ ਦਾ ਟਾਈਮ ਹੁੰਦਾ ਮੈਂ ਉਹਨਾਂ ਨੂੰ ਯਾਦ ਵੀ ਕਰਾਉਣਾ। ਕੀ ਲੱਗਦਾ ਨਹੀਂ ਹੈ ਕਿ ਜੇ ਕਿਉਂ ਅਗਰ ਪਾਵਰਸ ਪੂਰੀਆਂ ਹੁੰਦੀਆਂ ਸ਼ਾਇਦ ਪਹਿਲਾਂ ਵੀ 4.5 ਸਾਲ ਦੇ ਵਿੱਚ ਹੀ ਸਭ ਕੁਝ ਹੋ ਜਾਂਦਾ। ਜਿੱਥੋਂ ਤੱਕ ਮੈਂ ਕੈਪਟਨ ਨੂੰ ਜਾਣਦਾ, ਕਿਉਂਕਿ ਮੈਂ ਵੀ 10 ਸਾਲ ਪ੍ਰੈਜ਼ੀਡੈਂਟ ਜਾਂ ਜਨਰਲ ਸੈਕਟਰੀ ਰਿਹਾ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਸ ਯੂਨੀਅਨ, ਬੜੀ ਵਾਰੀ ਮਿਲਿਆ। ਉਹਨਾਂ ਦੀ ਨੇਚਰ ਦੇ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਕਿ ਉਹ ਇੰਟਰਫੇਅਰ ਕਰਦੇ ਹੋਣਗੇ। ਉਹ ਤੇ ਆਪਣਾ ਕੰਮ ਨਹੀਂ ਕਰਦੇ। 12-1 ਵਜੇ ਤੇ ਉੱਠਦੇ ਸੀਗਾ ਮੰਤਰੀਆਂ ਨੂੰ ਮਿਲਣ। ਖੈਰ ਉਹ ਇਹ ਵੀ ਨਹੀਂ ਕਿ ਮੰਤਰੀਆਂ ਨੂੰ ਇੱਕ ਬੰਦਾ ਹੁਣ ਚੰਨੀ ਸਾਹਿਬ ਨੇ ਉਹ ਟੈਕਨੀਕਲ ਐਜੂਕੇਸ਼ਨ ਤੇ ਟ੍ਰੇਨਿੰਗ ਦੇ ਮਿਨਿਸਟਰ ਸੀ। ਉਹਦੇ 'ਚ ਕੀ ਇੰਟਰਫੇਅਰ ਕੈਪਟਨ ਅਮਰਿੰਦਰ ਸਿੰਘ ਕਰਨਗੇ? ਕਿਹੜਾ ਮਾਰਕਾ ਮਾਰਿਆ ਚੰਨੀ ਸਾਹਿਬ ਨੇ? ਕੋਈ ਮਾਰਕਾ ਮਾਰਿਆ? ਜਾਂ ਸੋਨੀ ਸਾਹਿਬ ਜਿਹੜੇ ਨੇ ਉਹ ਐਜੂਕੇਸ਼ਨ ਮਿਨਿਸਟਰ, ਸਕੂਲ ਦੇ ਐਜੂਕੇਸ਼ਨ ਮਿਨਿਸਟਰ ਸੀ ਤੇ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਕੋਈ ਖਾਸ ਜਿਹੜਾ ਕੰਮ ਦੱਸ ਦੇਣ ਜੋ ਕੀਤਾ ਹੋਵੇ ਉਹਦੇ 'ਚ ਕੀ ਅਗਰ ਇਹ ਕਰਦੇ ਤੇ ਕੀ ਕੈਪਟਨ ਅਮਰਿੰਦਰ ਸਿੰਘ ਨੂੰ ਉਹਦਾ ਕ੍ਰੈਡਿਟ ਨਹੀਂ ਸੀ ਜਾਣਾ ਐਸ ਸੀਐਮ? ਉਹਨਾਂ ਨੂੰ ਵੀ ਉਹਨਾਂ ਕਿਉਂ ਰੋਕਣਾ? ਕਿਉਂ ਰੋਕਣਾ? ਲੇਕਿਨ ਉਹ ਕਹਿੰਦੇ ਮਿਲਦੇ ਹੀ ਨਹੀਂ ਸੀਗੇ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ 12 ਵਜੇ ਤੱਕ ਉੱਠਦੇ ਸੀਗੇ, ਹਰੇਕ ਮੰਤਰੀ ਕਹਿ ਰਿਹਾ ਸੀਗਾ ਉੱਠਦੇ ਨਹੀਂ ਸੀ, ਮਿਲਦੇ ਨਹੀਂ ਸੀ, ਕਿਉਂ ਕੰਮ ਹੀ ਨਹੀਂ ਹੋ ਪਾ ਰਿਹਾ ਸੀਗਾ। ਕਿਉਂਕਿ ਸਾਰੇ ਵਿਭਾਗ ਉਹਨਾਂ ਨੇ ਆਪਣੇ ਹੱਥ 'ਚ ਰੱਖੇ ਹੋਏ ਸੀਗੇ। ਗ੍ਰਹਿ ਵਿਭਾਗ ਵੀ ਸਾਰਾ ਆਪਣੇ ਹੱਥ ਲਿੱਤਾ ਸੀਗਾ, ਸਾਰਾ ਕੁਝ ਉਹਨਾਂ ਦੇ ਹੱਥ ਸੀਗਾ। ਇਸ ਕਰਕੇ ਗ੍ਰਹਿ ਵਿਭਾਗ ਔਰ ਐਡਮਿਨਿਸਟ੍ਰੇਸ਼ਨ ਰਿਫਾਰਮਸ ਦਾ ਰੱਖੇ ਹੋਏ ਸੀ। 8-10 ਵਿਭਾਗ ਰੱਖੇ ਸੀ, ਪਰ ਜਿਹੜੇ ਇਹਨਾਂ ਨੂੰ ਦਿੱਤੇ ਸੀ ਉਹ ਤੇ ਇਹਨਾਂ ਨੂੰ ਦਿੱਤੇ ਸੀ। ਉਹਦੇ 'ਚ ਤੇ ਉਹ ਕੋਈ ਮੈਨੂੰ ਨਹੀਂ ਲੱਗਦਾ ਕੋਈ ਇੰਟਰਫੇਰੈਂਸ ਹੁੰਦੀ ਹੋਏ। ਉਹਨਾਂ ਨੂੰ ਆਪਣੇ ਅੱਠਾਂ ਤੋਂ ਹੀ ਨਹੀਂ ਵੇਲ। ਹੁਣ ਵਾਲੀਆ ਸਾਹਿਬ ਜਿਹੜਾ ਐਜੀਟੇਸ਼ਨ ਸ਼ੁਰੂ ਹੋਏਗਾ ਅੰਮ੍ਰਿਤਸਰ 'ਚ ਹੋਏਗਾ ਜਾਂ ਚੰਡੀਗੜ੍ਹ 'ਚ ਹੋਏਗਾ? ਇਹ ਹੁਣ ਕੋਰਟ ਅਰੈਸਟ ਦਾ ਜੇ ਬਾਕੀ ਮਰਹਲੇ ਪਾਰ ਕਰ ਲਏ ਨੇ। ਇਹਨਾਂ ਨੂੰ ਵੀ ਮਿਲ ਆਏ ਪ੍ਰਗਟ ਸਿੰਘ ਨੂੰ, ਮਿਨਿਸਟਰ ਸਾਹਿਬ ਨੂੰ, ਔਰ ਅੱਗੇ ਜਿਹੜਾ ਹੈ ਇਹਨਾਂ ਨੇ ਕਿਹਾ ਚੰਨੀ ਸਾਹਿਬ ਨਾਲ ਗੱਲ ਕਰਕੇ ਮੈਂ ਜਲਦੀ ਨਿਪਟਾਰਾ ਕਰ ਦਾਂਗਾ। ਹਾਲੇ ਤੱਕ ਨਹੀਂ ਹੋਇਆ ਔਰ ਸਾਰੀਆਂ ਸਟੇਟਸ 'ਚ ਇੰਪਲੀਮੈਂਟ ਹੋ ਗਏ UGC ਸਕੇਲ, ਇੱਥੇ ਨਹੀਂ ਹੋਏ। ਇੱਥੇ 60-70% 50 ਤੋਂ 70% ਤੱਕ ਪੋਸਟਾਂ ਵੀ ਵਿਹਲੀਆਂ ਪਈਆਂ। ਨਾ ਪੈਨਸ਼ਨ ਆ, ਨਾ UGC ਸਕੇਲ ਹੈ, ਨਾ ਯੂਨੀਵਰਸਿਟੀ ਦੇ ਕੈਲੰਡਰ ਲਾਗੂ ਹੁੰਦੇ, ਨਾ ਦੇਖੋ ਬੱਚਿਆਂ ਦੀ ਮੈਂ ਗੱਲ ਕਰਾਂ ਆਪਣੀ ਕਰੀ ਜਾਂਦੀ ਟੀਚਰਸ ਦੀ ਸਿਰਫ ਨਹੀਂ, ਬੱਚਿਆਂ ਨੂੰ ਜਿਹੜਾ ਸਕਾਲਰਸ਼ਿਪ ਦਾ ਸਕੈਮ ਜਿਹੜਾ ਇਹਨਾਂ ਨੇ ਕਰਤਾ ਉਹ 'ਚ 63.91 ਕਰੋੜ ਦਾ ਸਕੈਮ। ਔਰ ਐਡੀਸ਼ਨਲ ਕੈਬਨਿਟ ਸੈਕਟਰੀ ਜਿਹੜਾ ਸਰੋਜ ਉਹਨੇ ਸ਼ਰੇਆਮ ਰਿਪੋਰਟ 'ਚ ਕਿਹਾ, ਕੈਬਨਿਟ ਸੈਕਟਰੀ ਨੂੰ ਲਿਖੀ ਹੈ ਕਿ ਇਹ ਧਰਮਸੋਧ ਦਾ ਜਿਹੜਾ ਸਾਧੂ ਸਿੰਘ ਧਰਮਸੋਧ ਦੀ ਗਲਤੀ ਹੈ। ਇਹਨੇ ਆਪਣੇ ਕੋਲ ਫਾਈਲਾਂ ਮੰਗਵਾ ਕੇ ਇਹ ਸਾਰੇ ਆਰਡਰ ਕੀਤੇ ਨੇ। ਲੇਕਿਨ ਜੇ ਪੰਜਾਬ ਸਰਕਾਰ ਤੋਂ ਆਪਾਂ ਨੂੰ ਉਮੀਦ ਨਹੀਂ ਆ ਵਾਲੀਆ ਸਾਹਿਬ, ਤੇ ਫਿਰ ਕਿਸ ਤੇ ਉਮੀਦ ਰਹੇਗੀ? ਜੇਕਰ ਤੁਸੀਂ ਕਹਿ ਰਹੇ ਹੋ ਕਿ ਨਹੀਂ ਇੰਪਲੀਮੈਂਟ ਹੋ ਸਕਦਾ, ਫਿਰ ਕਿਸ ਤੇ ਹਾਲਾਤ ਖਰਾਬ ਕਰਕੇ ਕਰਨਗੇ। ਕੋਰਟ ਅਰੈਸਟ ਜਦੋਂ ਅਨਾਉਂਸ ਹੋ ਗਿਆ ਹੈ, ਮੈਂ ਇਹ ਕਹਿਣਾ ਕਿ ਇਹ ਸਾਈਨ ਕਰਕੇ ਆਉਂਦੇ ਨੇ ਯੂਨੈਸਕੋ 'ਚ ILO 'ਚ ਕਿ ਅਸੀਂ ਟੀਚਰਸ ਨੂੰ ਸੜਕਾਂ ਤੇ ਨਹੀਂ ਆਉਣ ਦਾਂਗੇ। ਉਹਨਾਂ ਦਾ ਜੋ ਰਿਟਾਇਰਮੈਂਟ ਬੈਨੀਫਿਟ ਬਣਦਾ, ਇਹ ਟੀਚਰ ਜਿਹੜੇ ਨੇ ਉਹ IAS ਅਫਸਰਾਂ ਤੋਂ ਵੀ ਉੱਤੇ ਨੇ। ਇਹ ਨੇਸ਼ਨ ਬਿਲਡਰਸ ਨੇ, ਰਾਸ਼ਟਰ ਨਿਰਮਾਤਾ ਨੇ। ਉੱਥੇ ਸਾਈਨ ਕਰਕੇ ਆਉਂਦੇ ਨੇ। ਆਪਣੇ ਕੰਟਰੀ 'ਚ ਕਈ ਐਸੀ ਜਗ੍ਹਾ ਨੇ ਜਿੱਥੇ ਮੀਟਿੰਗਾਂ ਕਰਕੇ ਸਾਈਨ ਕਰਦੇ ਨੇ ਕਿ ਇਨਬਿਲਟ ਮੈਕੈਨਿਜ਼ਮ ਆਟੋਮੈਟਿਕਲੀ ਇੱਕ ਕਮੇਟੀ ਹੋਵੇ ਜਿੱਥੇ ਕੋਈ ਵੀ ਇਹਨਾਂ ਨੂੰ ਮੁਸ਼ਕਲ ਹੈ ਉਹ ਕਮੇਟੀ ਜਿਹੜੀ ਸੋਲਵ ਕਰੇ। ਇਹਨਾਂ ਨੇ ਕੋਰਟ ਅਰੈਸਟ ਕਰਾ ਕੇ ਰੌਲਾ ਪਾ ਕੇ ਟੀਚਰਸ ਦਾ ਟਾਈਮ ਵੇਸਟ ਕਰਕੇ, ਸਟੂਡੈਂਟਸ ਦਾ ਟਾਈਮ ਵੇਸਟ ਕਰਕੇ, ਉਸ ਤੋਂ ਬਾਅਦ ਇਹ ਤੇ UGC ਵਾਲਾ ਤੇ ਇਹਨਾਂ ਨੂੰ ਕਰਨਾ ਪੈਣਾ। ਪੈਨਸ਼ਨ ਦੀ ਮੈਂ ਗੱਲ ਨਹੀਂ ਜਿਹੜਾ ਇੱਥੇ ਕਰ ਰਿਹਾ ਹਾਲੀ, ਮੈਨੂੰ ਬਹੁਤੀ ਇਹਨਾਂ ਤੋਂ ਉਮੀਦ ਨਹੀਂ ਹੈ। ਉਹ ਐਜੀਟੇਸ਼ਨ ਜਿਹੜੀ ਹੈ ਉਹ ਵੀ ਕਰਨੀ ਪੈਣੀ ਹੈ, ਪਰ ਇਹ ਰੌਲਾ ਉਹਦਾ ਫਾਇਦਾ ਕੀ ਹੈ? ਤੁਸੀਂ ਦੇਖੋ ਹੁਣ ਸਟੂਡੈਂਟਸ ਨੂੰ ਇਕਨੋਮਿਕਲੀ ਵੀਕਰ ਨੇ, ਸੋਸ਼ਲੀ ਵੀਕਰ ਸਟੂਡੈਂਟਸ ਨੇ, ਇਹ ਕਿਹੜਾ ਬੈਨੀਫਿਟ ਦਿੰਦੇ ਨੇ, ਕਿਹੜਾ ਸਕਾਲਰਸ਼ਿਪ ਦਿੰਦੇ, ਕਿਹੜੀ ਏਡ ਦਿੰਦੇ? ਪੋਸਟ ਮੈਟ੍ਰਿਕ ਸਕਾਲਰਸ਼ਿਪ 'ਚ ਘੁਟਾਲਾ ਕਰ ਲਿਆ ਤਕਰੀਬਨ 64 ਕਰੋੜ ਦਾ। ਉਹਦੇ 'ਚ ਜਿਹੜਾ 16-17 ਕਰੋੜ ਤੇ ਐਸਾ ਉਡਾਤਾ ਕਿ ਪਤਾ ਹੀ ਨਹੀਂ ਉਹਦਾ ਕੁਝ। ਉੱਥੇ ਉਹਨੇ ਰਿਪੋਰਟ 'ਚ ਲਿਖਿਆ ਕਿ ਭੂਤਾਂ ਨੂੰ ਦੇ ਦਿੱਤੇ ਨੇ। ਕਿਹਨਾਂ ਨੂੰ ਦਿੱਤੇ? ਤਾਂ ਕਾਲਜ ਹੀ ਨਹੀਂ ਹੈਗੇ। ਸੋ ਅਸੀਂ ਇਹ ਕਹਿੰਦੇ ਹਾਂ ਕਿ ਬੜੀ ਜਿਹੜੀ ਹੈ ਚੰਗੇ ਮਾਹੌਲ 'ਚ ਇਹ ਮੈਂ ਤੁਹਾਨੂੰ ਦੱਸਾਂ ਹਰਿਆਣੇ ਨੇ ਐਸੇ ਨਿਯਮ ਬਣਾ ਦਿੱਤੇ ਨੇ। ਉਹਨਾਂ ਨੇ ਫਾਈਲ 'ਚ ਇੱਕ ਚੀਜ਼ ਲਿਖਤੇ, ਜਦੋਂ UGC ਅਨਾਉਂਸ ਕਰਦੀ ਹੈ ਇੰਨੇ ਦਿਨਾਂ ਬਾਅਦ ਇਹ ਗ੍ਰੇਡ ਇੰਪਲੀਮੈਂਟ ਹੋ ਜਾਣਗੇ। ਪੈਨਸ਼ਨ ਸਾਡੀ ਸਕੀਮ ਦੇਖੋ, ਸਾਡੀ ਸਕੀਮ ਪੈਨਸ਼ਨ ਦੀ ਉਹ ਹਰਿਆਣਾ ਨੇ ਅਡਾਪਟ ਕਰਕੇ ਆਪਣੇ ਏਡਡ ਕਾਲਜ ਦੇ ਟੀਚਰਸ ਨੂੰ ਕਰਤੇ। ਔਰ ਉਸ ਤਰ੍ਹਾਂ ਦੀ ਸਕੀਮ ਸਾਡੇ ਪੰਜਾਬ 'ਚ ਏਡਡ ਸਕੂਲ ਨੂੰ ਮਿਲ ਗਈ। ਸਕੀਮ ਸਾਡੇ ਦੁਆਰਾ ਬਣਾਈ ਗਈ ਸੀ, ਅਸੀਂ ਬਹਿ ਕੇ ਬਣਾਈ ਤੇ
ਗਵਰਨਮੈਂਟ ਨੇ ਕਿਹਾ ਸੀ ਕਈ ਅਫਸਰ ਚੰਗੇ ਵੀ ਹੁੰਦੇ, ਤੁਸੀਂ ਸਕੀਮ ਬਣਾਓ, ਕੋਈ ਗੱਲ ਨਹੀਂ। ਏਡਡ ਸਕੂਲ ਨੂੰ ਮਿਲਦੀ ਪਈ ਹੈ 1992 ਚ ਇਹਨਾਂ ਨੇ ਹਾਂ ਕਰਤੀ, ਔਰ ਬੈਕ ਡੇਟ ਤੋਂ 87 ਚੋਂ ਉਹ ਏਡਡ ਸਕੂਲ, ਅਸੀਂ ਏਡਡ ਕਾਲਜ। ਇਹ ਤਾਂ ਬੜੀ ਵੱਡੀ ਇੱਕ ਅਨੋਮਲੀ ਹੈ ਨਾ। ਸੋ ਇਹ ਸਨ ਐਚਐਸ ਵਾਲੀਆ ਜੀ, ਜਿਨ੍ਹਾਂ ਵੱਲੋਂ ਲਗਾਤਾਰ ਹੀ ਸਕੂਲ ਅਤੇ ਕਾਲਜ ਦੇ ਪ੍ਰਿੰਸੀਪਲ ਅਤੇ ਟੀਚਰਸ ਦੀ ਜਿਹੜੀ ਕਈ ਡਿਮਾਂਡਸ ਲੈ ਕੇ ਜਿਹੜੀਆਂ ਨੇ ਗੱਲਾਂ ਬਾਤਾਂ ਵੀ ਕੀਤੀਆਂ ਗਈਆਂ ਨੇ। ਇਹਨਾਂ ਦਾ ਵੀ ਕਹਿਣਾ ਕਿ ਜੋ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਜਾਂਦੇ ਸੀਗੇ ਤੇ ਉਹਨਾਂ ਦਾ ਕਹਿਣਾ ਹੀ ਹੁੰਦਾ ਸੀਗਾ ਕਿ ਉਹ ਟੀਚਰਸ ਨੂੰ ਹਮੇਸ਼ਾ ਰੱਬ ਦਾ ਰੂਪ ਸਮਝਦੇ ਨੇ ਤੇ ਉਹਨਾਂ ਵਾਸਤੇ ਹਰ ਇੱਕ ਸੰਭਵ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਨਗੇ। ਲੇਕਿਨ ਦੂਸਰੇ ਪਾਸੇ ਅਗਰ ਚੰਨੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਵਾਅਦੇ ਤਾਂ ਬਹੁਤ ਵੱਡੇ ਵੱਡੇ ਕੀਤੇ ਜਾ ਰਹੇ ਨੇ, ਬਹੁਤ ਸਾਰੇ ਇੰਪਲੀਮੈਂਟਸ ਵੀ ਕੀਤੇ ਜਾ ਰਹੇ ਨੇ, ਚਾਹੇ ਤੇਲ ਦੀ ਗੱਲ ਕੀਤੀ ਜਾਵੇ, ਚਾਹੇ ਬਿਜਲੀ ਦੀ ਗੱਲ ਕੀਤੀ ਜਾਵੇ। ਲੇਕਿਨ ਕਿਤੇ ਨਾ ਕਿਤੇ ਹਰ ਇੱਕ ਵਰਗ ਜਿਹੜਾ ਆ ਉਹ ਚੰਨੀ ਸਰਕਾਰ ਵੱਲ ਜ਼ਰੂਰ ਅੱਖਾਂ ਰੱਖ ਕੇ ਜਿਹੜਾ ਉਹ ਵੇਖ ਰਿਹਾ ਆ ਅਤੇ ਚਾਹ ਰਿਹਾ ਹੈ ਕਿ ਜੋ ਸਕੇਲ ਜੋ ਹਰਿਆਣਾ ਨੂੰ ਮਿਲ ਰਹੇ ਨੇ ਉਹੀ ਸਕੇਲ ਜਿਹੜੇ ਪੰਜਾਬ 'ਚ ਵੀ ਹੋਣੇ ਚਾਹੀਦੇ ਨੇ, ਤਾਂ ਜੋ ਕਿ ਜੀ ਨਹੀਂ, ਬਾਦਲ ਸਾਹਿਬ ਵੀ ਕਰਦੇ ਨਹੀਂ ਸੀ, ਇਹਦਾ ਉਸ ਡਾਇਰੈਕਸ਼ਨ 'ਚ ਨਾ ਚਲਾ ਜਾਏ। ਬਾਦਲ ਮਤਲਬ ਕਹਿੰਦੇ ਸੀ ਜੀ, ਉਹ ਕਹਿ ਰਹੇ ਸੀਗੇ ਕਿ ਅਸੀਂ ਇੱਜ਼ਤ ਕਰਦੇ ਹਾਂ, ਲੇਕਿਨ ਕਿਤੇ ਨਾ ਕਿਤੇ ਜ਼ਰੂਰ ਸਾਰਿਆਂ ਦੀ ਨਜ਼ਰ ਜਿਹੜੀ ਹੁਣ ਚੰਨੀ ਗਵਰਨਮੈਂਟ ਵੱਲ ਪੈਂਦੀ ਹੋਈ ਨਜ਼ਰ ਆ ਰਹੀ, ਲੇਕਿਨ ਭਰੋਸਾ ਜਿਹੜਾ ਆ ਕਿਤੇ ਵੀ ਜਗ ਜਗਰ ਹੁੰਦਾ ਨਹੀਂ ਨਜ਼ਰ ਆ ਰਿਹਾ। ਕੈਮਰਾਮੈਨ ਜੈਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।